ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਮੇਰੀ ਪਿਛਲੀ ਵੀਡੀਓ 'ਚ ਦੇਖਿਆ ਸੀ ਕਿ ਮੈਂ ਤੁਹਾਡੇ ਨਾਲ ਮਾਸਟਰ ਕੈਡਰ ਸਾਇੰਸ ਸਬਜੈਕਟ ਦਾ ਸਿਲੇਬਸ ਡਿਸਕਸ ਕੀਤਾ ਸੀ। ਤੇ ਅਸੀਂ ਉਹਦੇ ਵਿੱਚ ਬੇਸਿਕਲੀ ਬੋਟਨੀ ਜ਼ੂਲੌਜੀ ਦਾ ਸਿਲੇਬਸ ਡਿਸਕਸ ਕੀਤਾ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੋਟਨੀ ਜ਼ੂਲੌਜੀ ਦੇ ਵਿੱਚ ਟੋਟਲ 4 ਯੂਨਿਟ ਤੇ 11 ਚੈਪਟਰ ਕਾਮਨ ਨੇ ਜਿਹੜੇ ਕਿ ਅਸੀਂ ਪਹਿਲਾਂ ਤਿਆਰ ਕਰਾਂਗੇ। ਹੁਣ ਮੈਂ ਇਹਨਾਂ 4 ਯੂਨਿਟਸ 'ਚੋਂ ਸਭ ਤੋਂ ਫਰਸਟ ਯੂਨਿਟ ਸੈੱਲ ਬਾਇਓਲੋਜੀ ਸਟਾਰਟ ਕਰਵਾਉਣ ਲੱਗੀ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਸੈੱਲ ਬਾਇਓਲੋਜੀ ਯੂਨਿਟ 'ਚ ਟੋਟਲ 6 ਚੈਪਟਰ ਨੇ। 6 ਚੈਪਟਰਾਂ ਵਿੱਚ +1 ਦੀ ਬੁੱਕ 'ਚ ਬਾਇਓ ਦੇ 8ਵਾਂ 9ਵਾਂ ਤੇ 10ਵਾਂ ਚੈਪਟਰ ਇਹਦੇ ਵਿੱਚ ਆਉਂਦੇ ਨੇ ਤੇ ਮੈਂ ਅੱਜ +1 ਦੀ ਬੁੱਕ ਬਾਇਓ 'ਚੋਂ 10th ਚੈਪਟਰ ਜੋ ਕਿ ਸਭ ਤੋਂ ਈਜ਼ੀ ਚੈਪਟਰ ਹੈ ਅੱਜ ਮੈਂ ਉਹ ਸਟਾਰਟ ਕਰਵਾਉਂਗੀ। ਠੀਕ ਹੈ, ਸੋ ਅਸੀਂ ਆਪਣਾ ਚੈਪਟਰ ਸਟਾਰਟ ਕਰ ਦੇਵਾਂ। ਹੁਣ 10th ਚੈਪਟਰ ਵਾ ਸੈੱਲ ਸਾਈਕਲ ਐਂਡ ਸੈੱਲ ਡਿਵੀਜ਼ਨ। ਠੀਕ ਹੈ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਜੇ ਚੈਪਟਰ ਦਾ ਨਾਮ ਹੈ ਸੈੱਲ ਦੀ ਸਾਈਕਲ ਤੇ ਸੈੱਲ ਦਾ ਡਿਵੀਜ਼ਨ ਤਾਂ ਪਹਿਲਾਂ ਸੈੱਲ ਦੇ ਵਿੱਚ ਹੁੰਦਾ ਕੀ ਹੈ। ਦੇਖੋ, ਸਭ ਤੋਂ ਪਹਿਲਾਂ ਸੈੱਲ ਆਪਣਾ ਸਾਈਜ਼ ਇੰਕਰੀਜ਼ ਕਰਦਾ ਵਾ। ਸੈੱਲ ਜਦੋਂ ਸਾਈਜ਼ ਇੰਕਰੀਜ਼ ਕਰੂਗਾ ਤਾਂ ਸੈੱਲ ਦੇ ਵਿੱਚ ਗਰੋਥ ਹੋਏਗੀ। ਸੈੱਲ ਦੀ ਗਰੋਥ ਤੋਂ ਬਾਅਦ ਸਭ ਤੋਂ ਪਹਿਲਾਂ ਸੈੱਲ ਡਿਵਾਈਡ ਕਰਦਾ ਵਾ, ਡਿਵੀਜ਼ਨ ਹੁੰਦੀ ਆ। ਜਦੋਂ ਇੱਕ ਸੈੱਲ ਤੋਂ 2 ਸੈੱਲ ਬਣਦੇ ਨੇ, 2 ਤੋਂ 4 ਤੋਂ ਇੱਕ ਸਾਈਕਲ 'ਚ ਕੰਟੀਨਿਊ ਹੋ ਜਾਂਦਾ ਹੈ। ਜੇ ਕਦੀ ਤੁਹਾਡੇ ਕੋਲ ਪੁੱਛੇ ਕਿ ਸੈੱਲ ਸਾਈਕਲ ਤੇ ਸੈੱਲ ਡਿਵੀਜ਼ਨ ਦੋਵਾਂ ਪ੍ਰੋਸੈਸ ਦੇ ਵਿੱਚ ਪਹਿਲਾਂ ਸੈੱਲ ਕੀ ਪਰਫਾਰਮ ਕਰਦਾ ਹੈ ਤੇ ਸੈੱਲ ਸਭ ਤੋਂ ਪਹਿਲਾਂ ਸੈੱਲ ਡਿਵੀਜ਼ਨ ਕਰਦਾ ਹੈ। ਸੈੱਲ ਡਿਵੀਜ਼ਨ ਤੋਂ ਬਾਅਦ ਸੈੱਲ ਸਾਈਕਲ ਪ੍ਰੋਸੈਸ ਸਟਾਰਟ ਹੁੰਦਾ ਹੈ। ਸੈੱਲ ਸਾਈਕਲ ਇੱਕ ਸਿੰਪਲ ਪ੍ਰੋਸੈਸ ਹੈ ਜਿਹਦੇ ਵਿੱਚ ਫਾਰਮੇਸ਼ਨ ਆਫ 2 ਸੈੱਲ ਫਰੋਮ 1 ਸੈੱਲ। ਜੇ ਇੱਕ ਸੈੱਲ ਤੋਂ 2 ਸੈੱਲ ਬਣਨਗੇ ਇਹ ਕਿਹੜਾ ਕੇਸ ਹੋਗਾ, ਸੋਮੈਟਿਕ ਸੈੱਲ ਦਾ ਕੇਸ। ਤੇ ਜੇ ਇੱਕ ਸੈੱਲ ਤੋਂ 4 ਡੋਟਰ ਸੈੱਲ ਬਣਨਗੇ ਤੇ ਇਹ ਹੋਗਾ ਤੁਹਾਡੇ ਜਰਮ ਸੈੱਲ ਜਾਂ ਸੈਕਸ਼ੂਅਲ ਸੈੱਲ ਦੇ ਵਿੱਚ ਕੇਸ। ਠੀਕ ਹੈ, ਪਹਿਲਾ ਟੌਪਿਕ ਸਮਝ ਆ ਗਿਆ। ਸੈੱਲ ਸਾਈਕਲ ਤੇ ਸੈੱਲ ਡਿਵੀਜ਼ਨ 'ਚ ਮੇਜਰ ਡਿਫਰੈਂਸ ਕੀ ਹੈ ਤੇ ਪਹਿਲਾ ਕਿਹੜਾ ਪ੍ਰੋਸੈਸ ਦੋਵਾਂ 'ਚ ਹੁੰਦਾ ਹੈ। ਪਹਿਲਾਂ ਸੈੱਲ ਡਿਵੀਜ਼ਨ ਹੁੰਦੀ ਹੈ, ਦੈਨ ਸੈੱਲ ਸਾਈਕਲ ਹੁੰਦੀ ਹੈ। ਨੈਕਸਟ ਪ੍ਰੋਸੈਸ ਕਰਾਂਗੇ ਟਾਈਮ ਪੀਰੀਅਡ ਆਫ ਸੈੱਲ ਸਾਈਕਲ। ਦੇਖੋ, ਹਿਊਮਨ ਦਾ ਸੈੱਲ, ਤੁਹਾਡੀ ਬੋਡੀ 'ਚ ਇੱਕ ਸੈੱਲ ਨੂੰ ਪੂਰਾ 24 ਘੰਟੇ ਲੱਗਦੇ ਨੇ ਡਿਵਾਈਡ ਹੋਣ ਦੇ ਲਈ। ਹੁਣ ਸੈੱਲ ਸਾਈਕਲ ਦੇ ਵਿੱਚ ਜੇ ਮੈਂ ਫੇਸਿਸ ਕਰਵਾਉਂਗੀ ਅੱਗੇ ਤਾਂ ਤੁਸੀਂ ਪੜ੍ਹੋਗੇ ਕਿ ਇੰਟਰਫੇਸ ਤੇ ਐਮ ਫੇਸ ਆਉਂਦਾ ਹੈ। ਹੁਣ ਤੁਹਾਨੂੰ ਮਾਸਟਰ ਕੈਡਰ 'ਚ ਸਿੰਪਲ ਕੁਐਸਚਨ ਆ ਜਾਏਗਾ, ਇੰਟਰਫੇਸ ਕਿੰਨੇ % ਦਾ ਫੇਸ ਕਵਰ ਕਰਦਾ? 95%, ਕਿਉਂਕਿ ਸਭ ਤੋਂ ਲੌਂਗੈਸਟ ਫੇਸ ਹੁੰਦਾ ਸੈੱਲ ਸਾਈਕਲ ਦਾ। ਤੇ ਐਮ ਫੇਸ 5% ਟਾਈਮ ਲੈਂਦਾ ਵਾ। ਠੀਕ ਹੈ, ਸਿਮਿਲਰਲੀ ਯੀਸਟ ਦੇ ਸੈੱਲ ਦੇ ਵਿੱਚ 90 ਮਿੰਟ ਲੱਗਦੇ ਨੇ ਸੈੱਲ ਦੀ ਸਾਈਕਲ ਨੂੰ ਪਰਫਾਰਮ ਹੋਣ ਲਈ। ਠੀਕ ਹੈ, ਹੁਣ ਅਸੀਂ ਸੈੱਲ ਸਾਈਕਲ ਦੇ ਫੇਸਿਸ ਡਿਸਕਸ ਕਰਦੇ ਹਾਂ। ਠੀਕ ਹੈ, ਸੈੱਲ ਸਾਈਕਲ ਦੇ ਵਿੱਚ 2 ਫੇਸ ਹੁੰਦੇ ਨੇ, ਇੰਟਰਫੇਸ ਤੇ ਐਮ ਫੇਸ। ਦੇਖੋ, ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇੰਟਰਫੇਸ ਥੋੜਾ ਲਾਰਜੈਸਟ ਫੇਸ ਹੈ, ਇਹਨੂੰ ਟਾਈਮ ਜ਼ਿਆਦਾ ਲੱਗਦਾ ਹੈ। ਐਮ ਫੇਸ ਉਹਦੇ ਕੰਪੈਰੀਜ਼ਨ ਥੋੜਾ ਘੱਟ ਟਾਈਮ ਲੈਂਦਾ। ਠੀਕ ਹੈ, ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸਾਰਾ ਇੰਟਰਫੇਸ ਡਿਸਕਸ ਕਰਾਂਗੀ ਬਿਕੋਜ਼ ਇਹ 'ਚ ਬਹੁਤ ਕੁਐਸਚਨਸ ਆਉਂਦੇ ਨੇ। ਠੀਕ ਹੈ, ਦੇਖੋ, ਇੰਟਰਫੇਸ ਇੱਕ ਰੈਸਟਿੰਗ ਫੇਸ ਹੁੰਦਾ ਵਾ ਜਿਹਦੇ 'ਚ ਸੈੱਲ ਪ੍ਰੋਪਰ ਰੈਸਟ ਕਰ ਰਿਹਾ ਹੁੰਦਾ ਹੈ। ਸੈੱਲ ਬੇਸਿਕਲੀ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਦੇ ਡਿਵੀਜ਼ਨ ਦੇ ਲਈ। ਸਿੰਪਲ ਇਹਨੂੰ ਇਦਾਂ ਲੈ ਲਓ, ਇੱਕ ਸ਼ਾਂਤ ਮਨ, ਇੱਕ ਸ਼ਾਂਤ ਜਿਵੇਂ ਇਨਸਾਨ ਬੈਠਾ ਵਾ ਬਟ ਆਪਣੇ ਦਿਮਾਗ 'ਚ ਬਹੁਤ ਕੁਝ ਸੋਚ ਰਿਹਾ ਵਾ। ਸੈੱਲ ਸੇਮ ਇਸੇ ਤਰ੍ਹਾਂ ਸ਼ਾਂਤ ਬੈਠਾ ਵਾ ਬਟ ਸੋਚ ਰਿਹਾ ਵਾ ਉਹਨੇ ਕਿੱਦਾਂ ਅੱਗੇ ਜਾ ਕੇ ਡਿਵਾਈਡ ਕਰਨਾ ਵਾ। ਹੁਣ ਇਹਦੇ ਫਰਦਰ 4 ਫੇਸਿਸ ਹੁੰਦੇ ਨੇ। ਹੁਣ ਅਸੀਂ 1 ਬਾਏ 1 ਇਹਨਾਂ ਨੂੰ ਡਿਸਕਸ ਕਰਦੇ ਹਾਂ। ਚਲੋ, ਹੁਣ ਅਸੀਂ ਇੰਟਰਫੇਸ ਨੂੰ ਸਟਾਰਟ ਕਰੀਏ। ਦੇਖੋ, ਇੰਟਰਫੇਸ ਨੂੰ ਨੋਨ ਡਿਵਾਈਡਿੰਗ ਫੇਸ ਕਹਿੰਦੇ ਆ। ਸੈੱਲ ਨੇ ਇਹਦੇ ਵਿੱਚ ਡਿਵਾਈਡ ਨਹੀਂ ਕਰਨਾ, ਰੈਸਟਿੰਗ ਸਟੇਜ 'ਚ ਰਹਿਣਾ। ਮੈਂ ਤੁਹਾਨੂੰ ਕਿਹਾ ਜਿਵੇਂ ਕਿ ਸ਼ਾਂਤ ਮਨ ਆ, ਇੱਕ ਇਨਸਾਨ ਬਿਲਕੁਲ ਸ਼ਾਂਤ ਹੋ ਕੇ ਬੈਠਾ ਹੈ ਬਟ ਆਪਣੇ ਦਿਮਾਗ 'ਚ ਬਹੁਤ ਕੁਝ ਸੋਚ ਰਿਹਾ। ਸੇਮ ਐਦਾਂ ਸੈੱਲ ਬਿਲਕੁਲ ਰੈਸਟ ਸਟੇਜ 'ਤੇ ਬੈਠਾ ਹੈ ਬਟ ਆਪਣੇ ਅੰਦਰ ਹੀ ਕਾਫੀ ਐਕਟੀਵਿਟੀਜ਼ ਕਰ ਰਿਹਾ ਵਾ। ਹੁਣ ਬੇਸਿਕਲੀ ਜੇ ਤੁਹਾਨੂੰ ਕੋਈ ਪੁੱਛੇ ਕਿ ਇੰਟਰਫੇਸ ਸਟੇਜ ਦੇ ਵਿੱਚ ਕ੍ਰੋਮੋਸੋਮ ਕਿੱਦਾਂ ਹੁੰਦੇ ਨੇ, ਦੇਖੋ ਸੈੱਲ ਦੇ ਵਿੱਚ ਨਿਊਕਲੀਅਸ ਆ ਤੇ ਨਿਊਕਲੀਅਸ ਦੇ ਵਿੱਚ ਕ੍ਰੋਮੋਸੋਮਸ ਹੁੰਦੇ ਨੇ। ਸਭ ਕੁਝ ਕ੍ਰੋਮੋਸੋਮ ਤੋਂ ਹੀ ਸਟਾਰਟ ਹੋਣਾ ਹੁੰਦਾ ਹੈ। ਜਿੱਦਾਂ ਐਗਜ਼ਾਮਪਲ ਦਿੰਦੀ ਹਾਂ, ਮੈਂ ਤੁਹਾਨੂੰ ਕਹਾਂ ਕਿ ਇੱਕ ਸੈੱਲ ਤੋਂ 2 ਸੈੱਲ ਬਣਾਉਣੇ ਆ। ਠੀਕ ਹੈ, ਤੇ ਕਿੱਦਾਂ ਬਣਾਓਗੇ? ਪਹਿਲਾਂ ਇੱਕ ਸੈੱਲ ਦੇ ਕ੍ਰੋਮੋਸੋਮ ਨੂੰ ਡਬਲ ਕਰੋਗੇ, ਕ੍ਰੋਮੋਸੋਮ ਡਬਲ ਹੋ ਜਾਊਗਾ ਤਾਂ ਫਿਰ ਨਿਊਕਲੀਅਸ ਡਬਲ ਕਰੋਗੇ, ਅੰਦਰੋਂ ਬਾਹਰ ਨੂੰ ਜਾਣਾ ਹੈ ਤੇ ਫਿਰ ਨਿਊਕਲੀਅਸ ਤੋਂ ਬਾਹਰ ਅਸੀਂ ਸੈੱਲ ਨੂੰ ਡਬਲ ਕਰਾਂਗੇ। ਠੀਕ ਹੈ, ਹੁਣ ਇੰਟਰਫੇਸ ਦੇ ਵਿੱਚ ਜਿਹੜਾ ਕ੍ਰੋਮੋਸੋਮ ਹੁੰਦਾ ਨਾ ਬੜੀ ਲੂਜ਼ਲੀ ਅਰੇਂਜ ਹੋ ਜਾਂਦਾ ਹੈ ਤੇ ਇਸ ਸਟੇਜ ਨੂੰ ਕ੍ਰੋਮੈਟਿਨ ਕਹਿੰਦੇ ਆ। ਯਾਦ ਰੱਖਿਓ, ਇੰਟਰਫੇਸ 'ਚ ਕ੍ਰੋਮੋਸੋਮ ਲੂਜ਼ਲੀ ਅਰੇਂਜਡ ਹੁੰਦਾ ਹੈ, ਥ੍ਰੈਡਸ ਦੀ ਫਾਰਮ 'ਚ ਬਿਲਕੁਲ ਸੁਲਝੇ ਹੋਏ ਧਾਗੇ। ਜਿਨ੍ਹਾਂ ਧਾਗਿਆਂ 'ਚ ਬਿਲਕੁਲ ਘੱਟ ਗੰਢਾਂ ਨੇ ਹੁਣ ਉਹਨਾਂ ਨੂੰ ਕ੍ਰੋਮੈਟਿਨ ਕਹਿਣਾ ਹੈ। ਠੀਕ ਹੈ, ਹੁਣ ਇੰਟਰਫੇਸ ਦੇ ਵਿੱਚ ਇੱਕ ਪਹਿਲਾ ਫਰਸਟ ਉਹਦਾ ਸਬ ਫੇਸ ਆਉਂਦਾ G1 ਫੇਸ। ਠੀਕ ਹੈ, G1 ਨੂੰ ਫਰਸਟ ਗੈਪ ਫੇਸ ਵੀ ਕਹਿੰਦੇ ਆ। ਠੀਕ ਹੈ, ਯਾਨੀ ਪੋਸਟ ਮਾਈਟੋਟਿਕ ਗੈਪ ਫੇਸ ਵੀ ਕਹਿੰਦੇ ਆ। ਬੇਸਿਕਲੀ ਇਹਦੇ ਵਿੱਚ ਸੈੱਲ ਦਾ ਸਾਈਜ਼ ਤੇ ਗਰੋ ਕਰਦਾ ਹੀ ਕਰਦਾ ਹੈ। ਠੀਕ ਹੈ, ਇਹਦਾ DNA ਕੰਟੈਂਟ ਵੀ ਸੇਮ ਰਹਿੰਦਾ ਹੈ ਬਟ ਇਹਦੇ ਵਿੱਚ ਸੈੱਲ ਦੇ ਵਿੱਚ ਕੁਝ ਆਰਗੇਨੈਲਿਜ਼ ਬਣਦੀਆਂ ਨੇ। ਹੁਣ ਕਿਹੜੀਆਂ ਆਰਗੇਨੈਲਿਜ਼ ਹੁੰਦੀਆਂ ਨੇ? RNA ਬਣੇਗਾ, ਰਾਈਬੋਸੋਮ ਬਣੇਗਾ, ਪ੍ਰੋਟੀਨਸ ਐਂਡ ਲਿਪਿਡਸ ਬਣਨਗੇ। ਤੇ ਪ੍ਰੋਟੀਨ ਸਪੈਸ਼ਲੀ ਕਿਹੜੇ ਪ੍ਰੋਟੀਨ ਬਣਨਗੇ? ਜਿਹੜੇ DNA ਰੈਪਲੀਕੇਸ਼ਨ 'ਚ ਹੈਲਪ ਕਰਨਗੇ, ਕਿਉਂਕਿ G1 ਫੇਸ ਤੋਂ ਬਾਅਦ
एस फेस आना है। एस फेस बेसिकली हैगा काहदे वास्ते सिंथेसिस मतलब डीएनए नूं बनाना। ते डीएनए नूं बनाउण दे लई जिहड़ा भी समान चाहिदा वा वो G1 फेस च रेडी हो चुका। जिवें एक रैसिपी दे विच असीं सब्जी बनानी है, तो सब्जी बनाउण लई मटीरियल G1 फेस च रेडी होएगा। इत्थों तक डन हो गया। हुण असीं नैक्सट करते हैं। G1 फेस तो बाद सैल को दो ऑप्शनस हुंदियां, या तो G1 तो बाद एस फेस च चला जाए, या G1 तो बाद वो एक इहो जिहे फेस च आ जाए जिसनूं G0 या GO फेस भी कहते हैं, कि जिहदे विच सैल ने कुछ नहीं करना, बस रिलैक्स होकर बैठ जाना है। हुण वेखो ये दोवें कंडीशनस उदों आंदियां ने जदों सैल दे विच एक स्पैशल साइक्लिन प्रोटीन की कमी हुंदी आ। हुण तुहानूं एग्जामिनर एक क्वेश्चन पूछेगा कि G1 तो G0 या S फेस दे विच सैल जदों जांदा वा, ठीक है, या सैल कोई ऑप्शन कदों आंदी आ, ਉਹ क्यों नहीं G1 तो S फेस च सीधा चल जाता है, या G1 तो G0 फेस च क्यों जाता है। तुसीं इहदे च दो कंडीशनस दसियां वा, एक किहदे ते डिपेंड करदा है, एक ते अवेलेबिलिटी ऑफ एनर्जी, एक स्पैशली माइटोजनस वो सारे फैक्टर्स हुंदे ने। बेसिकली इहदे विच प्रोटीन्स आंदे ने, वो सारे प्रोटीन्स ਜਿਹੜੇ ਸੈਲ ਸਾਈਕਲ ਨੂੰ ਕੰਟੀਨਿਊ ਕਰ ਦਿੰਦੇ ਨੇ। ਤੇ ਇਹਨਾਂ 'ਚ ਸਪੈਸ਼ਲ ਪ੍ਰੋਟੀਨ ਹੈਗਾ ਵਾ ਸਾਈਕਲਿਨ ਪ੍ਰੋਟੀਨ, ਮੈਂ ਅੱਗੇ ਇਹਦੇ ਬਾਰੇ ਐਕਸਪਲੇਨ 'ਚ ਦੱਸਿਆ ਹੋਇਆ ਵਾ, ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਜੀ ਐਸ ਫੇਸ। ਮੈਂ ਤੁਹਾਨੂੰ ਕਹਿਤਾ ਐਸ ਮਤਲਬ ਸਿੰਥੇਸਿਸ, ਕੁਝ ਬਣਨਾ, ਤੇ ਇਹਦੇ 'ਚ ਸਪੈਸ਼ਲ ਡੀਐਨਏ ਹੀ ਬਣਦਾ ਹੈ। ਡੀਐਨਏ ਰੈਪਲੀਕੇਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ, ਤੇ ਡੀਐਨਏ ਰੈਪਲੀਕੇਸ਼ਨ ਦੇ ਲਈ ਜਿੰਨੇ ਵੀ ਐਂਜ਼ਾਈਮਸ, ਜਿੰਨੇ ਵੀ ਪ੍ਰੋਟੀਨ ਚਾਹੀਦੇ ਸੀ, ਉਹ G1 ਫੇਸ ਨੇ ਆਲਰੇਡੀ ਬਣਾ ਦਿੱਤੇ ਵਾ। एस फेस ਦੇ ਵਿੱਚ ਹੁਣ ਸਭ ਕੁਝ ਆ ਗਿਆ, ਸਾਰਾ ਰੈਸਪੀ ਦਾ ਮਟੀਰੀਅਲ ਮਿਲ ਗਿਆ। ਤਾਂ ਹੁਣ ਐਸ ਫੇਸ ਦੇ ਵਿੱਚ ਡਾਇਰੈਕਟ ਪ੍ਰੋਡਕਟ ਬਣੂਗਾ ਡੀਐਨਏ, ਠੀਕ ਹੈ। ਫਿਰ ਇਸ ਫੇਸ ਦੇ ਵਿੱਚ ਡੀਐਨਏ ਕੰਟੈਂਟ ਤੁਹਾਡਾ ਡਬਲ ਹੁੰਦਾ ਵਾ, ਠੀਕ ਹੈ। ਇਸ ਤੋਂ ਇਲਾਵਾ ਹੁਣ ਜੇ ਡੀਐਨਏ ਬਣ ਗਿਆ ਹੈ, ਹੁਣ ਜੇ ਅਸੀਂ ਆਪਣੀ ਰੈਸਪੀ ਬਣਾ ਲਈ ਹੈ, ਤੇ ਡੀਐਨਏ ਨੂੰ ਸੰਭਾਲ ਕੇ ਵੀ ਤੇ ਰੱਖਣਾ ਨਾ। ਉਸ ਨੂੰ ਸੰਭਾਲ ਕੇ ਰੱਖਣ ਲਈ ਪੈਕੇਜਿੰਗ ਪ੍ਰੋਟੀਨਸ ਆਂਦਾ। ਉਹ ਕਿਹੜਾ ਪ੍ਰੋਟੀਨ ਹੈ ਜੀ? ਹਿਸਟੋਨ ਪ੍ਰੋਟੀਨ। ਹੁਣ ਤੁਹਾਨੂੰ ਪਤਾ ਵਾ ਕਿ ਹਿਸਟੋਨ ਇੱਕ ਓਕਟਾਮਰ ਪ੍ਰੋਟੀਨ ਹੈ। ਓਕਟਾਮਰ ਮਤਲਬ ਇਹ 8 ਫਾਰਮ 'ਚ ਅਰੇਂਜ ਹੁੰਦਾ ਵਾ, ठीक है। हुण ये 8 की फॉर्म च अरेंज हो के ये अपने आप दे उपर डीएनए नूं कोइल करवा लैंदा वा, ताकि जिहड़ा डीएनए बनिया उसी उहनूं नालों नाल ही संभाल दईए, ताकि उह च ब्रेकेज ना आ जाए। इस तो इलावा एस फेस दे विच एक तो डीएनए बन गया, एक हिस्टोन प्रोटीन बन गया, ते एक काइनेटोकोर बनदा। मैं नालों नाल हर टर्म्स का मतलब समझाऊंगी। काइनेटोकोर की हुंदा वा क्रोमोसोम दा बिल्कुल सेंटर वाला पॉइंट, ਜਿਹਦੇ 'ਚ ਆ ਕੇ ਸਪਿੰਡਲ ਫਾਈਬਰਸ ਜੁਆਇਨ ਕਰਦੇ ਆ। ਸਪਿੰਡਲ ਫਾਈਬਰਸ ਕੌਣ ਹੁੰਦੇ ਆ? ਜਦੋਂ ਤੁਸੀਂ ਪੜੋਗੇ, ਮੈਂ ਤੁਹਾਨੂੰ ਐਮ ਫੇਸ ਦੇ ਵਿੱਚ ਮੈਟਾਫੇਸ ਪੜਾਉਂਗੀ, ਤੁਸੀਂ ਪੜੋਗੇ ਕਿ ਜਿਹੜੇ ਕ੍ਰੋਮੋਸੋਮ ਹੈ ਇਕੁਏਟਰ ਤੋਂ ਪੋਲ ਵੱਲ ਮੂਵ ਕਰਦੇ, ਤਾਂ ਕੁਝ ਫਾਈਬਰਸ ਦੇ ਉੱਤੇ ਲਟਕ ਕੇ ਜਾਂਦੇ ਨੇ। ਉਹ ਫਾਈਬਰਸ ਕੀ ਹੁੰਦੇ ਨੇ ਜੀ? ਸਪਿੰਡਲ ਫਾਈਬਰਸ, ਠੀਕ ਹੈ। ਹੁਣ ਨੈਕਸਟ ਦੇਖੋ, ਮੈਂ ਇਹਦੇ 'ਚ ਬਣਾਇਆ ਹੋਇਆ ਵਾ, ਆ ਦੇਖੋ, ਮੈਂ ਸੈਲ 'ਚ ਨਿਊਕਲੀਅਸ ਦੇ ਵਿੱਚ, ਹੁਣ ਆ ਦੇਖੋ, ਠੀਕ ਹੈ, ਆ ਸੈਲ ਬਣਾਇਆ, ਸੈਲ ਦੇ ਵਿੱਚ ਨਿਊਕਲੀਅਸ ਹੈ, ਤੇ ਨਿਊਕਲੀਅਸ ਵਿੱਚ ਕ੍ਰੋਮੋਸੋਮਸ ਆ। ਹੁਣ ਜੇ ਤੁਸੀਂ ਇਹਨਾਂ ਕ੍ਰੋਮੋਸੋਮ ਜਾਂ ਕ੍ਰੋਮੋਸੋਮ ਫਾਈਬਰਸ ਨੂੰ ਧਿਆਨ ਨਾਲ ਅਬਜ਼ਰਵ ਕਰੋਗੇ, ਤਾਂ ਇਹਨਾਂ ਦੇ ਬਿਲਕੁਲ ਛੋਟੇ ਛੋਟੇ ਡੋਟਸ ਜਿਵੇਂ ਗੰਢਾਂ ਅਰੇਂਜ ਹੁੰਦੀਆਂ ਨੇ, ਤੇ ਇਹ ਜਿਹੜੇ ਡੋਟਸ ਨਿਊਕਲੀਓਸੋਮ ਹੁੰਦੇ ਨੇ। ਹੁਣ ਇੱਕ ਨਿਊਕਲੀਓਸੋਮ ਦੇ ਵਿੱਚ 8 ਹਿਸਟੋਨ ਪ੍ਰੋਟੀਨ ਹੁੰਦੇ ਨੇ ਓਕਟਾਮਰ ਸਟਰਕਚਰ ਦੀ ਫਾਰਮ 'ਚ, ਤੇ ਇਹ ਹਿਸਟੋਨ ਪ੍ਰੋਟੀਨ ਦੇ ਉੱਪਰ ਕੀ ਪੈਕ ਹੋਇਆ ਹੁੰਦਾ? ਕੋਇਲ ਕੀ ਹੁੰਦਾ ਹੈ? ਡੀਐਨਏ ਸੋ ਹਿਸਟੋਨ ਪ੍ਰੋਟੀਨ ਦੇ ਵਿੱਚ ਸੰਭਾਲੇ ਜਾਂਦੇ ਨੇ, ਤੇ 8 ਹਿਸਟੋਨ ਪ੍ਰੋਟੀਨ ਅਰੇਂਜ ਹੋ ਕੇ ਕਿਹੜਾ ਸਟਰਕਚਰ ਬਣਾਉਂਦੇ ਨੇ? ਨਿਊਕਲੀਓਸੋਮ, ਠੀਕ ਹੈ। ਹੁਣ ਅਸੀਂ ਪੜਿਆ ਐਸ ਫੇਸ ਦੇ ਵਿੱਚ ਇੱਕ ਤੇ ਡੀਐਨਏ ਬਣ ਗਿਆ, ਇੱਕ ਹਿਸਟੋਨ ਪ੍ਰੋਟੀਨ ਬਣ ਗਿਆ, ਇੱਕ ਥਰਡ ਚੀਜ਼ ਕਾਈਨੈਟੋਕੋਰ ਵੀ ਬਣੀ ਸੀ, ਠੀਕ ਹੈ। ਹੁਣ ਨੈਕਸਟ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਐਸ ਫੇਸ ਦੇ ਵਿੱਚ ਇੱਕ ਹੋਰ ਚੀਜ਼ ਬਣਦੀ ਹੈ ਸੈਂਟਰੀਓਲਸ। ਸੈਂਟਰੀਓਲਸ ਕੀ ਹੁੰਦੇ ਨੇ? ਹੁਣ ਇਹ ਪਤਾ ਹੋਣਾ ਚਾਹੀਦਾ। ਦੇਖੋ ਬਈ, ਜੇ ਤੁਹਾਨੂੰ ਕੋਈ ਸਿੰਪਲ ਪਲਾਂਟ ਸੈਲ ਤੇ ਐਨੀਮਲ ਸੈਲ ਦੇ ਵਿੱਚ ਡਿਫਰੈਂਸ ਪੁੱਛੇ, ਤਾਂ ਪਲਾਂਟਸ ਇੱਕ ਤੇ ਕਾਮਨ ਡਿਫਰੈਂਸ ਹੈ, ਸਾਰਿਆਂ ਨੂੰ ਪਤਾ ਹੁੰਦਾ ਕਿ ਪਲਾਂਟ ਸੈਲ 'ਚ ਸੈਲ ਵਾਲ ਪ੍ਰੈਜ਼ੈਂਟ ਆ, ਐਨੀਮਲ ਸੈਲ 'ਚ ਐਬਸੈਂਟ ਆ। ਇੱਕ ਹੋਰ ਚੀਜ਼ ਦਾ ਪਤਾ ਹੋਣਾ ਚਾਹੀਦਾ ਵਾ ਕਿ ਐਨੀਮਲ ਸੈਲ ਦੇ ਵਿੱਚ ਸੈਂਟਰੀਓਲਸ ਪ੍ਰੈਜ਼ੈਂਟ ਹੁੰਦੇ ਨੇ, ਤੇ ਪਲਾਂਟ ਸੈਲ ਦੇ ਵਿੱਚ ਸੈਂਟਰੀਓਲਸ ਐਬਸੈਂਟ ਹੁੰਦੇ ਨੇ। ਹੁਣ ਅਸੀਂ ਪੜ੍ਹ ਲਿਆ ਕਿ ਜਿਹੜੇ ਸੈਂਟਰੀਓਲਸ ਨੇ ਐਨੀਮਲ ਸੈਲ 'ਚ ਪ੍ਰੈਜ਼ੈਂਟ ਹੁੰਦੇ ਨੇ, ਸੈਂਟਰੀਓਲ ਇੱਕ ਆਰਗੇਨਲ ਹੈ, ਤੇ ਇਹ ਕਿਹੜੇ ਫੇਸ 'ਚ ਬਣਦੀ ਹੈ ਜੀ? ਐਸ ਫੇਸ 'ਚ। ਹੁਣ ਜਦੋਂ ਵੀ ਕੁਝ ਪੜ੍ਹਨਾ ਹੁੰਦਾ, ਸਪੈਸ਼ਲ ਚੀਜ਼ਾਂ ਜ਼ਿਆਦਾ ਪੜ੍ਹਿਆ ਕਰੋ, ਐਗਜ਼ਾਮੀਨਰ ਸਪੈਸ਼ਲ ਚੀਜ਼ਾਂ 'ਚੋਂ ਹੀ ਕੁਐਸਚਨ ਪਾਉਂਦਾ ਵਾ। ਹੁਣ ਇਹ ਜਿਹੜੇ ਸੈਂਟਰੀਓਲ ਨੇ ਨਾ, ਇਹ ਫਰਦਰ ਕਿਹੜੇ ਕੰਮ 'ਚ ਹੈਲਪ ਕਰਦੇ ਨੇ? ਸਪਿੰਡਲ ਫਾਈਬਰਸ ਬਣਾਉਣ ਦੇ ਲਈ। ਹੁਣੇ ਅਸੀਂ ਪੜ੍ਹ ਕੇ ਆਏ ਹਾਂ ਜੀ, ਸਪਿੰਡਲ ਫਾਈਬਰ ਕਿੱਥੇ ਹੈਲਪ ਕਰਦੇ ਸੀਗੇ? ਕਾਈਨੈਟੋਕੋਰ ਦੇ ਨਾਲ ਅਟੈਚ ਹੁੰਦੇ ਸੀਗੇ, ਤੇ ਇਹਨਾਂ ਦੇ ਉੱਪਰ ਲਟਕ ਕੇ ਕ੍ਰੋਮੋਸੋਮ ਪੋਲਸ ਵੱਲ ਜਾਂਦੇ ਨੇ, ਠੀਕ ਹੈ। ਹੁਣ ਆ ਸਪਿੰਡਲ ਫਾਈਬਰ ਕੌਣ ਬਣਾਉਂਦਾ ਹੈਗਾ? ਸੈਂਟਰੀਓਲਸ ਇਹਨਾਂ ਨੂੰ ਬਣਾਉਂਦਾ ਹੈ। ਡਨ। ਚਲੋ ਨੈਕਸਟ ਆ ਗਿਆ G2 ਫੇਸ। ਹੁਣ G1 ਫੇਸ ਵੀ ਸਮਝ ਆ ਗਿਆ, ਐਸ ਫੇਸ ਵੀ ਸਮਝ ਆ ਗਿਆ, ਤੇ ਨੈਕਸਟ ਸਾਡਾ ਥਰਡ ਫੇਸ ਆ ਗਿਆ G2 ਫੇਸ। G2 ਫੇਸ ਨੂੰ ਸੈਕਿੰਡ ਗੈਪ ਫੇਸ ਜਾਂ ਪ੍ਰੀ ਮਾਈਟੋਟਿਕ ਫੇਸ ਵੀ ਕਹਿੰਦੇ ਨੇ।
ਬੇਸਿਕਲੀ ਇਸ ਫੇਸ ਦੇ ਵਿੱਚ ਡੀਐਨਏ ਨੂੰ ਛੱਡ ਕੇ ਹਰ ਆਰਗਨਲੀ ਬਣਦੀ ਆ। ਕਿਹੜੀ ਆਰਗਨਲੀ ਬਾਕੀ ਬਚ ਗਈ ਜੀ? ਮਾਈਟੋਕੌਂਡਰੀਆ, ਐਂਡੋਪਲਾਜ਼ਮਿਕ ਰੈਟੀਕੂਲਮ, ਗੋਲਜੀ ਬੋਡੀਜ਼ ਤੇ ਆਲ ਦੀ 3 ਟਾਈਪ ਆਫ ਆਰਐਨਏ ਦੇ ਨਾਲ ਇੱਕ ਸਪੈਸ਼ਲ ਪ੍ਰੋਟੀਨ ਜਿਹੜਾ ਜ਼ਿਆਦਾ ਕੁਐਸਚਨ ਪਾਊਗਾ ਐਗਜ਼ਾਮੀਨਰ G2 ਫੇਸ 'ਚ ਸਪੈਸ਼ਲ ਕਿਹੜਾ ਪ੍ਰੋਟੀਨ ਬਣਦਾ ਵਾ, ਇਹਦੇ ਤੇ ਜ਼ਿਆਦਾ ਕੁਐਸਚਨ ਆਉਂਦਾ। ਉਹ ਪ੍ਰੋਟੀਨ ਹੈਗਾ ਟਿਊਬੂਲਿਨ ਪ੍ਰੋਟੀਨ। ਹੁਣ ਇਹ ਟਿਊਬੂਲਿਨ ਪ੍ਰੋਟੀਨ ਕੀ ਕਰਦਾ ਵਾ, ਠੀਕ ਹੈ। ਹੁਣ ਤੁਸੀਂ ਹਰ ਚੀਜ਼ ਨੂੰ ਨਾਲ ਜੋੜੋ। ਵੇਖੋ, ਤੁਹਾਨੂੰ ਮੈਂ ਕਿਹਾ ਸੀਗਾ ਕਿ ਇਸ ਫੇਸ 'ਚ ਕਾਈਨੈਟੋਕੋਰ ਬਣਿਆ। ਕਾਈਨੈਟੋਕੋਰ ਦੇ ਨਾਲ ਸਪਿੰਡਲ ਫਾਈਬਰ ਜੁੜ ਜਾਂਦੇ ਨੇ ਤੇ ਇਹਦੇ ਉੱਤੇ ਜਿਹੜੇ ਕ੍ਰੋਮੋਸੋਮਸ ਨੇ ਐਮ ਫੇਸ ਵੱਲ ਜਾਂਦੇ ਨੇ ਲਟਕ ਕੇ, ਠੀਕ ਹੈ। ਇਹ ਮੈਂ ਕਿਹਾ। ਫਿਰ ਮੈਂ ਤੁਹਾਨੂੰ ਕਿਹਾ ਜੀ ਆ ਜਿਹੜੇ ਸਪਿੰਡਲ ਫਾਈਬਰ ਹੁੰਦੇ ਨੇ ਕਾਈਨੈਟੋਕੋਰ ਨਾਲ ਜੁੜਦੇ ਨੇ ਕਿਹੜੀ ਆਰਗਨਲੀ ਦੀ ਹੈਲਪ ਨਾਲ? ਸੈਂਟਰੀਓਲ ਆਰਗਨਲੀ। ਵੇਖੋ ਲਿਖਿਆ ਸੈਂਟਰੀਓਲ ਹੈਲਪ ਇਨ ਸਪਿੰਡਲ ਫਾਈਬਰ ਅਟੈਚਮੈਂਟ, ਠੀਕ ਹੈ। ਹੁਣ ਤੁਸੀਂ ਪੜੋਗੇ ਕਿ ਆ ਸਪਿੰਡਲ ਫਾਈਬਰ ਗਾਂ ਕਿਹੜੇ ਪ੍ਰੋਟੀਨ ਤੋਂ ਬਣਦੇ ਨੇ? ਉਸ ਪ੍ਰੋਟੀਨ ਦਾ ਨਾਮ ਹੈ ਟਿਊਬੂਲਿਨ। ਦਿਸ ਟਿਊਬੂਲਿਨ ਪ੍ਰੋਟੀਨ ਹੈਲਪ ਇਨ ਸਪਿੰਡਲ ਫਾਈਬਰ ਫਾਰਮੇਸ਼ਨ। ਇਸ ਤੋਂ ਇਲਾਵਾ G2 ਫੇਸ 'ਚ ਹੋਰ ਕੀ ਬਣਦਾ? ਇੱਕ ਤੇ ਆਰਗਨਲੀਜ਼ ਬਣ ਗਿਆ ਡੀਐਨਏ ਨੂੰ ਛੱਡ ਕੇ, ਇੱਕ ਟਿਊਬੂਲਿਨ ਪ੍ਰੋਟੀਨ ਬਣ ਗਿਆ ਤੇ ਇੱਕ ATP ਸਿੰਥੇਸਿਸ ਬਹੁਤ ਇਨਕਰੀਜ਼ ਹੁੰਦੀ ਆ। ਹੁਣ ਕਿਉਂ ਹੁੰਦੀ ਆ? ਕਿਉਂ ਸਭ ਤੋਂ ਜ਼ਿਆਦਾ ATP G2 ਫੇਸ 'ਚ ਬਣਦੀ ਆ? ਬਿਕੋਜ਼ ਇੱਕ ਕ੍ਰੋਮੋਸੋਮ ਨੂੰ, ਸਿੰਪਲ ਇੱਕ ਕ੍ਰੋਮੋਸੋਮ ਨੂੰ ਜੇ ਮੈਂ ਇਹ ਸੈੱਲ ਬਣਾਵਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿੱਦਾਂ ਆ ਦੇਖੋ, ਠੀਕ ਹੈ। ਇਦਾਂ ਇਹਦੇ 'ਚ ਆ ਫਾਈਬਰਸ ਹੁੰਦੇ ਜਿਨ੍ਹਾਂ ਦੇ ਉੱਪਰ ਇਦਾਂ ਕਿ ਸੈਂਟਰ ਪੁਆਇੰਟ ਹੈ, ਠੀਕ ਹੈ, ਜਿਹਦੇ 'ਚ ਆ ਕੇ ਸਾਰੇ ਆ ਕ੍ਰੋਮੋਸੋਮ ਇਕੁਏਟਰ 'ਚ ਅਰੇਂਜ ਹੋ ਜਾਂਦੇ ਨੇ। ਹੁਣ ਆ ਇਕੁਏਟਰ ਤੋਂ ਪੋਲ ਵੱਲ ਜਾਣ ਦੇ ਲਈ ਇੱਕ ਕ੍ਰੋਮੋਸੋਮ ਨੂੰ ਮੂਵ ਕਰਨ ਲਈ 30 ATP એનર્ਜੀ ਚਾਹੀਦੀ ਆ। ਸੋਚੋ ਇੰਨੇ ਸਾਰੇ ਜਿੰਨੇ ਵੀ ਕ੍ਰੋਮੋਸੋਮ ਹੋਣਗੇ ਇਕੁਏਟਰ ਲਾਈਨ 'ਚ, ਉਹਨਾਂ ਨੂੰ ਪੋਲ ਵੱਲ ਜਾਣ ਦੇ ਲਈ ਕਿੰਨੀ એનર્ਜੀ ਚਾਹੀਦੀ ਹੋਊਗੀ? ਉਹ ਸਾਰੀ એનર્ਜੀ ਪ੍ਰੈਜ਼ੈਂਟ ਹੁੰਦੀ ਇਨ ਦੀ ਫਾਰਮ ਆਫ ATP। ਤੇ ATP ਕਿਹੜੇ ਫੇਸ 'ਚ ਬਣਦਾ ਸਭ ਤੋਂ ਜ਼ਿਆਦਾ? G2 ਫੇਸ 'ਚ। ਆਈ ਹੋਪ ਹੁਣ ਤੁਹਾਨੂੰ G2 ਫੇਸ ਵੀ ਸਮਝ ਆ ਗਿਆ ਹੋਗਾ। ਹੁਣ ਅਸੀਂ ਨੈਕਸਟ ਸਟਾਰਟ ਕਰਦੇ ਹਾਂ G0 ਫੇਸ। ਹੁਣ ਅਸੀਂ ਸਟਾਰਟ ਕਰਦੇ ਹਾਂ G0 ਫੇਸ। ਇਹਨੂੰ GO ਫੇਸ ਵੀ ਕਹਿੰਦੇ ਆ। ਇਸ ਫੇਸ 'ਚ ਬਹੁਤ ਨਾਮ ਨੇ। ਕਿਊਸੈਂਟ ਸਟੇਜ ਵੀ ਕਹਿੰਦੇ ਆ, ਐਕਸਟੈਂਸ਼ਨ ਆਫ G1 ਫੇਸ ਵੀ ਕਹਿੰਦੇ ਆ। ਬੇਸਿਕਲੀ ਇਸ ਫੇਸ 'ਚ ਹੁੰਦਾ ਕੀ ਆ? ਦੇਖੋ, ਅਸੀਂ ਪੜਿਆ ਲਾਸਟ ਫੇਸ G2 ਫੇਸ, ਜਿਹਦੇ ਵਿੱਚ ਅਸੀਂ ਇਹ ਦੇਖਿਆ ਕਿ ਸੈੱਲ ਨੇ ਬੇਸਿਕਲੀ ਟਿਊਬੂਲਿਨ ਪ੍ਰੋਟੀਨ ਫਾਰਮ ਕੀਤਾ। ਟਿਊਬੂਲਿਨ ਪ੍ਰੋਟੀਨ ਉਹ ਸੀ ਜਿਹਨੇ ਸਪਿੰਡਲ ਫਾਈਬਰ ਫਾਰਮ ਕਰਨੇ ਹੀ, ਮੀਨਿੰਗ ਸੈੱਲ ਨੋਰਮਲ ਕੰਮ ਕਰ ਰਿਹਾ ਹੈ, ਸੈੱਲ ਡਿਵੀਜ਼ਨ ਲਈ ਆਪਣੇ ਆਪ ਨੂੰ ਸਟਾਰਟ ਕਰ ਰਿਹਾ। ਬਟ G0 ਫੇਸ ਜਾਂ GO ਫੇਸ ਵਿੱਚ ਉਹਨੇ ਇੱਕ ਸਪੈਸ਼ਲ ਕੰਮ ਕੀਤਾ, ਸੈੱਲ ਵਾਪਿਸ ਚਲਾ ਗਿਆ, ਠੀਕ ਹੈ। ਦੇਖੋ, ਅਸੀਂ ਪੜਿਆ G1 ਤੋਂ S ਤੋਂ G2, ਠੀਕ ਹੈ। ਹੁਣ ਰੂਲ ਹੀਗਾ ਕਿ ਇੰਨੇ G2 ਤੋਂ M 'ਚ ਜਾਣਾ ਸੀਗਾ। ਬਟ ਇਸ ਕੇਸ 'ਚ ਇਹ ਐਕਸੈਪਸ਼ਨਲ ਕੇਸ ਹੁੰਦਾ। ਇਹ G1 ਫੇਸ ਸ਼ੋ ਕਰਦਾ। G1 ਕੀ ਕਰਦਾ? ਕਦੀ ਕਦੀ S 'ਚ ਜਾਣ ਦੀ ਜਗ੍ਹਾ ਸੈੱਲ ਸਾਈਕਲ ਤੋਂ ਬਾਹਰ ਚਲਾ ਜਾਂਦਾ ਤਾਂ G0 ਫੇਸ 'ਚ ਚਲਾ ਜਾਂਦਾ ਵਾ, ਠੀਕ ਹੈ। ਜੇ ਤੁਹਾਨੂੰ ਕੋਈ ਪੁੱਛੂਗਾ ਕਿ G0 ਫੇਸ ਵਿੱਚ ਸੈੱਲ ਕਦੋਂ ਐਂਟਰ ਕਰਦਾ ਵਾ, ਉਹ G1 ਤੋਂ ਐਂਟਰ ਕਰਦਾ ਵਾ, ਠੀਕ ਹੈ। ਤੇ ਕਿਹੜੇ ਪ੍ਰੋਟੀਨ ਦੀ ਐਬਸੈਂਸ 'ਚ ਇਹ ਕੰਮ ਹੁੰਦਾ? ਸਾਈਕਲਿਨ ਪ੍ਰੋਟੀਨ। ਜਦੋਂ ਵੀ ਸਾਈਕਲਿਨ ਪ੍ਰੋਟੀਨ ਦੀ ਕਮੀ ਹੋ ਜਾਂਦੀ ਆ ਤੇ ਸੈੱਲ ਆਪਣੀ ਨੋਰਮਲ ਸੈੱਲ ਡਿਵੀਜ਼ਨ ਜਾਂ ਸੈੱਲ ਸਾਈਕਲ ਕੰਟੀਨਿਊ ਨਹੀਂ ਕਰਦਾ, ਫਿਰ ਉਹ G1 ਤੋਂ S ਫੇਸ 'ਚ ਜਾਣ ਦੀ ਜਗ੍ਹਾ ਉਹ G1 ਤੋਂ G0 ਫੇਸ 'ਚ ਆ ਜਾਂਦਾ। ਪਹਿਲਾਂ ਇਹ ਪਤਾ ਹੋਣਾ ਚਾਹੀਦਾ, ਠੀਕ ਹੈ। G0 ਫੇਸ ਇਹ ਜਿਹੜੀ ਟਰਮ ਕਿਹੜੇ ਸਾਇੰਟਿਸਟ ਨੇ ਦਿੱਤੀ ਸੀ? ਸਾਇੰਟਿਸਟ ਲਾਸਟਾ ਨੇ 1963 'ਚ ਦਿੱਤੀ ਸੀ। ਦੇਖੋ, ਇਹਦੇ ਵਿੱਚ ਐਗਜ਼ੈਕਟ ਰੀਜ਼ਨ ਲਿਖਿਆ ਵਾ ਕਿ ਸੈੱਲ G0 ਫੇਸ 'ਚ ਕਿਉਂ ਆਉਂਦਾ ਹੈ, ਬਿਕੋਜ਼ ਉਹ 'ਚ ਸਾਈਕਲਿਨ ਪ੍ਰੋਟੀਨ ਐਬਸੈਂਟ ਹੋ ਜਾਂਦਾ ਵਾ, ਠੀਕ ਹੈ। ਹੁਣ ਇਸ ਫੇਸ ਦੇ ਵਿੱਚ ਸੈੱਲ ਕਰਦਾ ਕਿ ਸੈੱਲ ਰਿਜ਼ਰਵ ਸੈੱਲ ਵਾਂਗ ਬਿਹੇਵ ਕਰਦਾ ਵਾ ਕਿ ਆਪਣੇ ਆਪ ਦੇ ਵਿੱਚ ਜਿਹੜੀ ਵੀ એનર્ਜੀ ਜੋ ਵੀ ਬਣਿਆ ਸਭ ਕੁਝ ਸਟੋਰ ਕਰਕੇ ਰੱਖ ਲੂਗਾ, ਠੀਕ ਹੈ। ਹੁਣ ਅਸੀਂ G0 ਫੇਸ 'ਚ ਪੜ੍ਹ ਲਿਆ ਕਿ ਇਹਦੇ ਵਿੱਚ ਸੈੱਲ ਉਦੋਂ ਐਂਟਰ ਕਰਦਾ ਵਾ ਜਦੋਂ ਸਾਈਕਲਿਨ ਪ੍ਰੋਟੀਨ ਦੀ ਕਮੀ ਹੁੰਦੀ ਹੈ, ਠੀਕ ਹੈ। ਸਾਈਕਲਿਨ ਦੀ ਕਮੀ ਹੋ ਗਈ ਤਾਂ ਸੈੱਲ G1 ਤੋਂ G0 ਤੇ ਆ ਗਿਆ S ਫੇਸ 'ਚ ਜਾਣ ਦੀ ਜਗ੍ਹਾ। ਬਟ ਜੇ ਸਾਈਕਲਿਨ ਦੁਬਾਰਾ ਉਹਨੂੰ ਨਾਰਮਲ ਮਿਲ ਜੇ ਤਾਂ G0 ਤੋਂ ਸੈੱਲ ਵਾਪਿਸ G1 ਫੇਸ 'ਚ ਜਾ ਸਕਦਾ ਵਾ, ਠੀਕ ਹੈ। ਬੇਸਿਕਲੀ ਜਿਹੜਾ G0 ਫੇਸ ਹੈ ਨਾ, ਇਹਨੂੰ ਨੋ ਡਿਵੀਜ਼ਨ ਫੇਸ ਕਹਿੰਦੇ। ਨੋ ਡਿਵੀਜ਼ਨ ਮਤਲਬ ਸੈੱਲ ਡਿਵਾਈਡ ਨਹੀਂ ਕਰਦਾ ਬਟ ਫਿਰ ਵੀ ਸਪੈਸ਼ਲ ਫੰਕਸ਼ਨ ਪਰਫਾਰਮ ਕਰਦਾ ਵਾ। ਇਹਨੂੰ ਏਦਾਂ ਲਵੋ ਜਿਵੇਂ ਇੱਕ ਛੋਟਾ ਬੱਚਾ ਵਾ। ਅਸੀਂ ਕਹਿੰਦੇ ਨੇ ਕਿ ਹਾਈ ਕਿੰਨਾ ਛੋਟਾ ਬੱਚਾ ਤੇ ਕਿੰਨਾ ਤੇਜ਼ ਦਿਮਾਗ ਹੈ। ਸੇਮ ਸੈੱਲ ਦੇ ਨਾਲ ਇਦਾਂ ਆ ਕਿ ਸੈੱਲ ਬਾਹਰੋਂ ਡਿਵਾਈਡ ਨਹੀਂ ਹੋਇਆ, ਸੈੱਲ ਦੀ ਬਾਹਰੋਂ ਗਰੋਥ ਨਹੀਂ ਹੋਈ, ਬਟ ਉਹਨੇ ਫਿਰ ਵੀ ਕੁਝ ਫੰਕਸ਼ਨ ਪਰਫਾਰਮ ਕਰਤੇ, ਠੀਕ ਹੈ। ਇਹਦੀ ਬੈਸਟ ਐਗਜ਼ਾਮਪਲ ਹੈਗੀ ਹੈ ਤੁਹਾਡੇ ਬ੍ਰੇਨ ਦੇ ਨਰਵ ਸੈੱਲ, ਜਿਨ੍ਹਾਂ ਨੂੰ ਅਸੀਂ ਨਿਊਰੋਨਸ ਕਹਿੰਦੇ ਆ। ਤੁਸੀਂ ਨਿਊਰੋਨਸ ਦੀ ਕਦੀ ਸ਼ੇਪ ਵੇਖੀ? ਉਹਦੀ ਸ਼ੇਪ ਕਿੱਦਾਂ ਦੀ? ਜਿਹਨੂੰ ਉਹ ਧਿਆਨ ਇਸ ਤਰ੍ਹਾਂ ਵੇਖੀਏ ਤੇ ਇਦਾਂ ਕਰਕੇ ਲਾਈਕ ਦੀ ਸ਼ੇਪ ਹੁੰਦੀ ਹੈ ਨਾ, ਡੈਂਡਸ। ਤੇ ਤੁਹਾਡੀ ਬੋਡੀ ਦੇ ਸਾਰੇ ਸੈੱਲ ਤੇ ਸਰਕਲ ਸ਼ੇਪ ਹੁੰਦੇ, ਸਫੈਰੀਕਲ ਸ਼ੇਪ ਹੁੰਦੇ। ਫਿਰ ਨਿਊਰੋਨ ਦੀ ਆ ਸ਼ੇਪ ਕਿੱਦਾਂ? ਤੁਹਾਡੀ ਬੋਡੀ ਦੇ ਜਿੰਨੇ ਵੀ ਸੈੱਲ ਹੁੰਦੇ ਉਹਨਾਂ ਨੂੰ ਸਫੈਰੀਕਲ ਸ਼ੇਪ 'ਚ ਇਸ ਕਰਕੇ ਬਣਾਇਆ ਜਾਂਦਾ ਸੋ ਦੈਟ ਉਹ ਤੁਹਾਡੀ ਬਲੱਡ ਵੈਸਲਸ 'ਚ ਅੜਨ ਨਾ ਲੰਘ ਜਾਣ। ਫਿਰ ਨਿਊਰੋਨ ਸ਼ੇਪ ਇਦਾਂ ਕਿਉਂ? ਕਿਉਂਕਿ ਨਿਊਰੋਨ ਦੇ ਕੇਸ 'ਚ ਕੀ ਹੋਇਆ, ਆ ਸੈੱਲ G1 ਫੇਸ 'ਚ ਹੀ ਉਹ S 'ਚ ਜਾਣ ਦੀ G0 'ਚ ਚਲ ਗਿਆ। G0 'ਚ ਜਾ ਕੇ ਉਹਨੇ ਆਪਣੀ ਬੋਡੀ ਨੂੰ ਪ੍ਰੋਪਰ ਗਰੋਥ ਨਹੀਂ ਕੀਤਾ,
ਉਹ ਇੱਕ ਅਨਮੈਚੁਰ ਗਰੋਥ ਉਹਨੇ ਸ਼ੋ ਕੀਤੀ, ਬਟ ਉਹਨੇ ਫੰਕਸ਼ਨ ਇੱਕ ਸਪੈਸ਼ਲ ਪਰਫਾਰਮ ਕੀਤਾ। ਹੁਣ ਨਿਊਰਨ ਸੈੱਲ ਦਾ ਕੀ ਫੰਕਸ਼ਨ ਆ? ਤੁਹਾਡੀ ਬ੍ਰੇਨ ਦੇ ਮੈਸੇਜ ਨੂੰ ਟ੍ਰਾਂਸਫਰ ਕਰਨਾ, ਠੀਕ ਹੈ। ਸੋ ਇਹਦੀ ਵੇਖੋ ਮੈਂ ਐਗਜ਼ਾਮਪਲ ਵੀ ਲਿਖੀ ਹੋਈ, ਨਰਵ ਸੈੱਲ, ਠੀਕ ਹੈ। ਤੁਹਾਡੀ ਬੋਡੀ ਦੇ ਮਸਲ ਸੈੱਲ ਜਾਂ ਨਰਵ ਸੈੱਲ ਇੱਕ ਸਪੈਸ਼ਲ ਸ਼ੇਪ ਸ਼ੋ ਕਰਦੇ ਨੇ। ਉਹਨਾਂ ਦੀ ਸ਼ੇਪ ਸਫੈਰਿਕਲ ਨਹੀਂ ਹੁੰਦੀ, ਉਹਨਾਂ ਦੀ ਸਫੈਰਿਕਲ ਨੂੰ ਛੱਡ ਕੇ ਹੋਰ ਕੋਈ ਵੀ ਸ਼ੇਪ ਹੋ ਸਕਦੀ ਹੈ, ਠੀਕ ਹੈ। ਇਹ ਸ਼ੇਪ ਦੇ ਵਿੱਚ ਇਹ ਜਿਹੜੇ ਸੈੱਲ ਹੁੰਦੇ ਨੇ ਜੀਨੋਟ ਫੇਸ ਸ਼ੋ ਕਰਦੇ ਆ ਤੇ ਪਰਮਾਨੈਂਟਲੀ ਇਸੀ ਫੇਸ 'ਚ ਰਹਿੰਦੇ ਆ, ਠੀਕ ਹੈ। ਹੁਣ ਇੱਕ ਹੋਰ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਸੈੱਲ ਜੀਨੋਟ ਤੋਂ ਵਾਪਿਸ ਜੀਵਨ 'ਚ ਜਾਊਗਾ, ਦੇਖੋ ਮੈਂ ਤੁਹਾਨੂੰ ਕਿਹਾ ਜੀਵਨ ਤੋਂ ਜੀਨੋਟ 'ਚ ਵੀ ਆ ਜਾਊਗਾ ਜੇ ਸਾਈਕਲਿਨ ਦੀ ਐਬਸੈਂਟ ਹੋਏ, ਬਟ ਜੇ ਉਹਨੂੰ ਸਾਈਕਲਿਨ ਮਿਲ ਜੇ ਤਾਂ ਫਿਰ ਉਹ ਜੀਨੋਟ ਤੋਂ ਜਦੋਂ ਜੀਵਨ 'ਚ ਵਾਪਿਸ ਜਾਊਗਾ ਤਾਂ ਉਹਦੇ ਕ੍ਰੋਮੋਸੋਮ ਅਗੇਨ ਡਿਪਲੋਇਡ ਸਟੇਜ 'ਚ ਆਣਗੇ, 2n ਸਟੇਜ 'ਚ ਆਣਗੇ। ਐਗਜ਼ਾਮੀਨਰ ਇਹ ਕੁਐਸਚਨ ਡੈਮ ਸ਼ੋਰ ਤੁਹਾਨੂੰ ਪਾਊਗਾ, ਕਿਉਂਕਿ ਵੇਖੋ ਜੀਵਨ ਤੋਂ ਜੀਨੋਟ 'ਚ ਗਿਆ, ਇੱਥੇ ਕ੍ਰੋਮੋਸੋਮ 2n ਹੀ, ਇੱਥੇ ਆ ਕੇ n ਹੋ ਗਏ, ਬਟ ਅਗੇਨ ਜਦੋਂ ਇਹਨੇ ਇਹਦੇ ਤੋਂ ਇੱਥੇ ਜਾਣਾ ਤੇਰੇ ਕ੍ਰੋਮੋਸੋਮ ਫਿਰ 2n ਹੋਣਗੇ, ਠੀਕ ਹੈ। ਅੱਛਾ ਹੁਣ ਨੈਕਸਟ ਟੌਪਿਕ ਅਸੀਂ ਕਰਦੇ ਹਾਂ ਸੀ ਵੈਲਿਊ। ਇਹਨੂੰ ਸੀ ਪੈਰਾਡੌਕਸ ਵੀ ਕਹਿੰਦੇ ਆ। ਬੇਸਿਕਲੀ ਇਹਦਾ ਮੀਨਿੰਗ ਹੁੰਦਾ ਵਾ ਇੱਕ ਸੈੱਲ ਦੇ ਵਿੱਚ ਟੋਟਲ ਸੀ ਮਤਲਬ ਕਿੰਨਾ ਕ੍ਰੋਮੋਸੋਮ ਤੇ ਕਿੰਨਾ DNA ਕੰਟੈਂਟ ਆ। ਤੁਹਾਨੂੰ ਇਹਨਾਂ ਤੇ ਪਤਾ ਹੋਣਾ ਚਾਹੀਦਾ ਵਾ ਇੱਕ ਸੈੱਲ ਕੋਲ ਉਹਦਾ ਸਪੈਸੀਫਿਕ ਕ੍ਰੋਮੋਸੋਮ ਨੰਬਰ ਹੁੰਦਾ। ਨਾਰਮਲੀ ਇੱਕ ਸੈੱਲ ਦੇ ਵਿੱਚ ਕਾਫੀ ਕ੍ਰੋਮੋਸੋਮ ਹੁੰਦੇ ਆ, ਪਰ ਅਸੀਂ ਇਦਾਂ ਅਸਿਊਮ ਕਰਦੇ ਆ ਵੀ ਇੱਕ ਕ੍ਰੋਮੋਸੋਮ ਦੇ ਸੈੱਟ ਦੇ ਵਿੱਚ ਜਿੰਨਾ ਵੀ DNA ਹੋਊਗਾ, ਦੇਖੋ ਪਹਿਲਾਂ ਸੈੱਲ ਆ, ਸੈੱਲ ਦੇ ਵਿੱਚ ਅਸੀਂ ਕ੍ਰੋਮੋਸੋਮ ਲੈਂਦੇ ਆ ਤੇ ਕ੍ਰੋਮੋਸੋਮ ਦੇ ਇੱਕ ਸੈੱਟ ਦੇ ਵਿੱਚ, ਠੀਕ ਹੈ, ਇੱਕ ਸੈੱਟ ਦੇ ਵਿੱਚ ਜਿੰਨਾ ਵੀ DNA ਕੰਟੈਂਟ ਆ ਉਹ ਉਹਦਾ ਸੀ ਵੈਲਿਊ ਹੁੰਦਾ ਵਾ, ਠੀਕ ਹੈ। ਹੁਣ ਇਹਦੇ ਯੂਨਿਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਜੀ, ਇਹਦੇ ਯੂਨਿਟਸ ਪੀਕੋਗ੍ਰਾਮ ਹੁੰਦੇ ਨੇ, ਠੀਕ ਹੈ। ਹੁਣ ਐਸ ਫੇਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਐਸ ਫੇਸ ਸਿੰਥੇਸਿਸ ਫੇਸ ਹੈ ਜਿਹਦੇ ਵਿੱਚ DNA ਬਣਨਾ, ਸੋ ਇਹਦੇ ਵਿੱਚ ਕ੍ਰੋਮੋਸੋਮ ਨੰਬਰ 2n ਰਹਿੰਦਾ, ਬਟ DNA ਡਬਲ ਹੋ ਕੇ 4c ਹੋ ਜਾਂਦਾ ਹੈ। DNA ਦੀ ਸੀ ਵੈਲਿਊ ਕਿੰਨੀ ਆਉਂਦੀ ਆ? 4c, ਠੀਕ ਹੈ। ਇਨ ਕੇਸ ਆਫ ਐਸ ਫੇਸ ਇਹ ਤੁਹਾਨੂੰ ਕੁਐਸਚਨ ਆ ਵੀ ਆਊਗਾ, ਇਹ ਵੀ ਪਤਾ ਹੋਣਾ ਚਾਹੀਦਾ। ਨੈਕਸਟ ਆ ਗਿਆ ਜੀ ਸੈਲ ਸਾਈਕਲ ਐਂਡ ਚੈੱਕ ਪੁਆਇੰਟ। ਵੇਖੋ ਹੁਣ ਸਾਡੀ ਸੈਲ ਸਾਈਕਲ ਦਾ ਇੰਟਰਫੇਸ ਖਤਮ ਹੋ ਗਿਆ। ਹੁਣ ਇੰਟਰਫੇਸ ਹੋਣ ਤੋਂ ਬਾਅਦ ਇਹਦੇ ਵਿੱਚ ਕੁਝ ਚੈੱਕ ਪੁਆਇੰਟ ਹਨ। ਚੈੱਕ ਪੁਆਇੰਟ ਜਿਵੇਂ ਸਾਡੇ ਸਿਕਿਉਰਿਟੀ ਗਾਰਡਸ, ਠੀਕ ਹੈ, ਉਹਨਾਂ ਦਾ ਕੀ ਕੰਮ ਹੁੰਦਾ? ਵੇਖਣਾ ਕਿ ਜਿੰਨੇ ਵੀ ਫੇਸ, ਹੁਣ ਕਿਹੜਾ ਕਿਹੜਾ ਸੀ ਫੇਸ ਪੜਿਆ ਵਾ? G1, S ਤੇ G2 ਤੇ ਇੱਕ ਐਕਸੈਪਸ਼ਨਲ ਫੇਸ ਆ G0, ਠੀਕ ਹੈ। ਇਹ ਸਾਰੇ ਫੇਸਿਸ ਵਿੱਚ ਕੁਝ ਚੈੱਕ ਪੁਆਇੰਟ, ਕੁਝ ਸਿਕਿਉਰਿਟੀ ਗਾਰਡ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਵਾ ਇਹ ਚੈੱਕ ਕਰਨਾ ਕਿ ਸੈੱਲ ਅਗਲੇ ਫੇਸ 'ਚ ਜਾਵੇ ਤਾਂ ਆਪਣਾ ਕੰਮ ਪ੍ਰੋਪਰ ਕਰੇ। ਇਹ 'ਚ ਫਰਸਟ ਚੈੱਕ ਪੁਆਇੰਟ ਆਉਂਦਾ G1 ਚੈੱਕ ਪੁਆਇੰਟ। ਅੰਡਰਸਟੈਂਡਿੰਗ ਹੈ ਕਿ ਇਹ G1 ਫੇਸ 'ਚ ਲਾਸਟ 'ਚ ਹੋਊਗਾ। ਇਹ ਕੀ ਵੇਖੂਗਾ ਕਿ G1 ਫੇਸ ਵਿੱਚ ਸੈੱਲ ਨੇ ਜੋ ਵੀ ਬਣਾਉਣਾ ਸੀ ਉਹ ਪ੍ਰੋਪਰ ਬਣਿਆ ਕਿ ਨਹੀਂ, ਤੇ G1 ਫੇਸ 'ਚ ਸੈੱਲ ਨੇ ਕੀ ਬਣਾਉਣਾ ਸੀ ਫਿਰ ਰਿਵਾਈਜ਼ ਕਰ ਲੈਂਦੇ ਆ। ਜੇ S ਫੇਸ 'ਚ DNA ਬਣਦਾ ਵਾ ਤੇ ਮੈਂ ਤੁਹਾਨੂੰ ਦੱਸਿਆ ਕਿ ਜੇ S ਫੇਸ 'ਚ DNA ਬਣੂਗਾ ਤਾਂ ਉਸ ਰੈਸਪੀ ਨੂੰ ਬਣਾਉਣ ਦੇ ਲਈ ਸਾਰੇ ਜਿਹੜੇ ਇੰਗਰੀਡੀਐਂਟ G1 'ਚ ਬਣਨਗੇ, ਮੀਨਿੰਗ ਸਾਰੇ ਐਂਜ਼ਾਈਮ ਤੇ ਪ੍ਰੋਟੀਨ ਜਿੰਨੇ ਵੀ ਰੈਪਲੀਕੇਸ਼ਨ ਲਈ ਚਾਹੀਦੇ ਆ DNA ਨੂੰ ਬਣਾਉਣ ਲਈ ਚਾਹੀਦੇ ਉਹ G1 ਫੇਸ 'ਚ ਬਣਨਗੇ। ਤੇ G1 ਚੈੱਕ ਪੁਆਇੰਟ ਇਹਨਾਂ ਐਂਜ਼ਾਈਮ ਤੇ ਪ੍ਰੋਟੀਨ ਨੂੰ ਚੈੱਕ ਕਰੂਗਾ। ਨੈਕਸਟ ਆ ਗਿਆ ਜੀ G2 ਚੈੱਕ ਪੁਆਇੰਟ। ਇਹ G2 ਫੇਸ 'ਚ ਲਾਸਟ 'ਚ ਹੋਊਗਾ। ਇਹਨੇ ਵੇਖਣਾ ਹੁੰਦਾ, ਵੇਖੋ ਤੁਹਾਨੂੰ ਇੰਨਾ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਐਸ ਫੇਸ 'ਚ ਕੋਈ ਚੈੱਕ ਪੁਆਇੰਟ ਨਹੀਂ ਹੁੰਦਾ, ਕਿਉਂਕਿ ਐਸ ਫੇਸ 'ਚ ਉਹ ਚਾਹੁੰਦੇ ਆ ਕਿ ਸਾਰੀ એનર્ਜੀ DNA ਬਣਾਉਣ 'ਚ ਲੱਗੇ, ਐਕਸਟਰਾ ਕਿਸੇ ਕੰਮ 'ਚ ਨਾ ਲੱਗੇ। ਫਿਰ ਜਿਹੜਾ G2 ਫੇਸ 'ਚ ਚੈੱਕ ਪੁਆਇੰਟ ਹੈ ਨਾ, ਉਹਨੇ ਦੋ ਕੰਮ ਕਰਨੇ ਆ। ਉਹਨੇ ਐਸ ਫੇਸ ਨੂੰ ਵੀ ਵੇਖਣਾ ਹੁੰਦਾ ਕਿ ਇਹਦੇ 'ਚ DNA ਪ੍ਰੋਪਰ ਬਣਿਆ ਕਿ ਨਹੀਂ, ਕਿਤੋਂ DNA ਟੁੱਟਿਆ ਤੇ ਨਹੀਂ ਰਹਿ ਗਿਆ, ਇਹ ਨਾ ਹੋਏ ਪੂਰਾ ਨਾ ਬਣਿਆ ਹੋਏ। ਤਾਂ ਉਹਨੇ G2 ਦਾ ਵੀ ਸਾਰਾ ਕੰਮ ਚੈੱਕ ਕਰਨਾ ਹੁੰਦਾ ਕਿ G2 ਦੇ ਵਿੱਚ ਜਿਹੜਾ ਟਿਊਬੂਲੈਂਟ ਪ੍ਰੋਟੀਨ ਹੈ ਉਹ ਪ੍ਰੋਪਰ ਬਣਿਆ ਕਿ ਨਹੀਂ ਬਣਿਆ, ਠੀਕ ਹੈ। ਲਾਸਟ ਆ ਗਿਆ ਜੀ ਸਾਡੇ ਕੋਲ M ਚੈੱਕ ਪੁਆਇੰਟ। ਹੁਣ M ਚੈੱਕ ਪੁਆਇੰਟ ਦਾ ਕੀ ਕੰਮ ਆ? ਇਹਨੇ ਇਹ ਚੈੱਕ ਕਰਨਾ ਵਾ ਕਿ ਸੈੱਲ ਦਾ ਸਪਿੰਡਲ ਫਾਈਬਰ ਪ੍ਰੋਪਰ ਬਣਿਆ ਕਿ ਨਹੀਂ। ਇਹਨੂੰ ਸਪਿੰਡਲ ਫਾਈਬਰ ਚੈੱਕ ਪੁਆਇੰਟ ਵੀ ਕਹਿੰਦੇ ਜੇ। ਤੁਹਾਨੂੰ ਪਤਾ ਸਪਿੰਡਲ ਫਾਈਬਰ ਬਣਾਉਣ ਲਈ ਟਿਊਬੂਲੈਂਟ ਪ੍ਰੋਟੀਨ ਅਸੀਂ ਪਿੱਛੇ ਪੜ੍ਹ ਆਏ ਹਾਂ, G2 ਫੇਸ 'ਚ ਬਣਿਆ ਸੀਗਾ। ਜਦੋਂ ਤੱਕ ਸਪਿੰਡਲ ਫਾਈਬਰ ਪ੍ਰੋਪਰ ਬਣਨ ਦਾ ਸਿਗਨਲ ਸੈੱਲ ਨੂੰ ਨਹੀਂ ਆਊਗਾ, ਸੈੱਲ ਉਦੋਂ ਤੱਕ M ਫੇਸ ਸਟਾਰਟ ਨਹੀਂ ਕਰੂਗਾ। M ਫੇਸ 'ਚ ਤੁਸੀਂ ਅੱਗੇ ਪੜੋਗੇ ਇਹਦੇ ਵਿੱਚ ਪ੍ਰੋਫੇਸ, ਮੈਟਾਫੇਸ, ਐਨਾਫੇਸ ਤੇ ਟੀਲੋਫੇਸ ਹੁੰਦੇ ਆ, ਠੀਕ ਹੈ। ਇਸ ਕਰਕੇ M ਫੇਸ ਸਟਾਰਟਿੰਗ ਫੇਸ ਹੋ, M ਚੈੱਕ ਪੁਆਇੰਟ ਸਟਾਰਟਿੰਗ ਚੈੱਕ ਪੁਆਇੰਟ ਹੋਊਗਾ ਜਿਹਦੇ ਵਿੱਚ ਸੈੱਲ ਇਹ ਚੈੱਕ ਕਰਦਾ ਕਿ ਸਪਿੰਡਲ ਫਾਈਬਰ ਬਣਿਆ ਕਿ ਨਹੀਂ। ਜਦੋਂ ਸਪਿੰਡਲ ਫਾਈਬਰ ਬਣ ਜਾਂਦਾ ਸੈੱਲ ਨੂੰ ਸਿਗਨਲ ਮਿਲ ਜਾਂਦਾ ਤੇ ਇਹਨੇ ਨਾਲ ਹੀ ਪ੍ਰੋਫੇਸ ਸਟਾਰਟ ਕਰ ਦੇਣਾ, ਠੀਕ ਹੈ। ਆਈ ਹੋਪ ਸੋ ਤੁਹਾਨੂੰ ਇੰਟਰਫੇਸ ਸਾਰਾ ਸਮਝ ਆ ਗਿਆ। ਬੱਚੋ ਮੈਂ ਇਹਦੇ ਸਾਰੇ ਤੁਹਾਨੂੰ ਜਿੰਨੇ ਵੀ ਨੋਟਸ ਹੈ ਇਹਦੇ PDF ਮਿਲ ਜਾਣਗੇ। ਮੇਰਾ ਟੈਲੀਗ੍ਰਾਮ ਗਰੁੱਪ ਪਲੀਜ਼ ਜੁਆਇਨ ਕਰ ਲਿਓ, ਲਿੰਕ ਤੁਹਾਨੂੰ ਦਿੱਤਾ ਹੋਏਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੰਟੀਨਿਊ ਇਸ ਤਰ੍ਹਾਂ ਹੀ ਤੁਹਾਨੂੰ ਬੋਟਨੀ ਜ਼ੂਲੌਜੀ ਦੀ ਤਿਆਰੀ ਕਰਵਾਵਾਂ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ, ਵੱਧ ਤੋਂ ਵੱਧ ਲਾਈਕ ਜਰੂਰ ਕਰਿਓ। ਬੇਸਿਕਲੀ ਬੱਚੋ ਮੈਂ ਆਫਲਾਈਨ ਪੜ੍ਹਾਉਂਦੀ ਸੀ, ਫਸਟ ਟਾਈਮ ਮੈਂ ਆਨਲਾਈਨ ਆਪਣੇ ਬੱਚਿਆਂ ਦੀ ਰਿਕੁਐਸਟ 'ਚ ਇਹ ਸਟਾਰਟ ਕੀਤਾ ਚੈਨਲ। ਤੁਸੀਂ ਜਿੰਨਾ ਸਬਸਕ੍ਰਾਈਬ ਕਰੋਗੇ ਓਨਾ ਹੀ ਮੈਨੂੰ ਹੌਸਲਾ ਮਿਲੂਗਾ ਕਿ ਮੈਨੂੰ ਹੋਰ ਵੱਧ ਤੋਂ ਵੱਧ ਵੀਡੀਓਜ਼ ਅਪਲੋਡ ਕਰਨੀਆਂ ਚਾਹੀਦੀਆਂ। ਥੈਂਕ ਯੂ ਸੋ ਮਚ ਬੱਚੋ।